कोई शक नहीं भी इन्वर्टर टैक्नोलॉजी बहुत बेहतरीन टैक्नोलॉजी आई है, नवीं टैक्नोलॉजी है। ਇਹਦੇ ਵਿੱਚ ਜੇ ਜ਼ਿਆਦਾ ਗੱਲ ਕਰੀਏ ਤਾਂ ਜਿਹੜੀ ਬਿਜਲੀ ਦੀ ਬਚਤ ਹੈ, ਕਿਉਂਕਿ ਲੋਕਾਂ ਦਾ ਸਵਾਲ ਹੈ ਬਿਜਲੀ ਦੀ ਬਚਤ। ਬਿਲਕੁਲ ਵੱਡਾ ਪੁਆਇੰਟ ਤਾਂ ਇਹ ਹੁੰਦਾ ਵੀ 5 ਸਟਾਰ ਲੈਣਾ ਭਾਈ, ਕਿਉਂ ਲੈਣਾ, ਬਿਜਲੀ ਘੱਟ ਖਾਂਦਾ। ਤੇ ਉਹਦੇ ਵਿੱਚ ਆਪਾਂ ਇਹ ਕਰਦਾ ਵੀ ਜੇ ਤਾਂ ਤੁਸੀਂ ਏਸੀ ਚਲਾ ਕੇ ਰਜਾਈ 'ਚ ਵੜਨਾ, ਜਾਣੀ ਕਿ ਸੈਟਿੰਗ ਹੋ ਗਈ 16 ਤੇ, ਫਿਰ ਤੁਹਾਨੂੰ ਕੋਈ ਨਹੀਂ ਬਚਾ ਸਕਦਾ, ਨਾ ਇਨਵਰਟਰ ਨਾ ਕਨਵੈਨਸ਼ਨਲ, ਉਹਦੀ ਬਰਾਬਰ ਹੀ ਖਪਤ ਚੱਲਦੀ ਹੈ। ਤੇ ਹੁਣ ਇਹ ਚਾਹੀਦਾ ਵੀ ਜਿਵੇਂ ਅੱਜ ਕੱਲ੍ਹ ਦੇ ਦਿਨ ਨੇ, ਆਪਾਂ ਮਈ ਦਾ ਐਂਡ ਚੱਲ ਰਿਹਾ ਹੈ, ਇਹ ਦਿਨਾਂ 'ਚ ਏਸੀ ਦੀ ਸੈਟਿੰਗ 29 ਤੋਂ ਹੇਠਾਂ ਕਰਨੀ ਹੀ ਨਹੀਂ ਚਾਹੀਦੀ। 29 ਤੋਂ ਬਾਅਦ ਇਸ ਦਿਨਾਂ ਦੇ ਵਿੱਚ, ਹਾਂ ਇਹ ਦਿਨਾਂ 'ਚ 29 ਤੇ ਜੁਲਾਈ, ਜੂਨ ਜੁਲਾਈ ਤੋਂ ਬਾਅਦ ਮਤਲਬ ਸਾਰਾ ਜੇ ਜ਼ੋਰ ਲਾ ਦਈਏ ਤਾਂ 27 ਤੇ ਆਉਣੀ ਚਾਹੀਦੀ, ਨਹੀਂ 28 ਤੇ ਰਹਿਣੀ ਚਾਹੀਦੀ ਹੈ। ਮੈਂ ਵੀ ਦੱਸਦਾ ਵੀ ਜੇ ਕਮਰੇ ਦੇ ਵਿੱਚ ਪੂਰੇ ਭਿੱਜੇ ਹੋਏ ਕੱਪੜੇ ਪਾ ਦਈਏ, ਸਭ ਤੋਂ ਛੇਤੀ ਇਹ ਸੁਕਾਊ, ਉਹਦਾ ਛੇਤੀ ਹੀਟਰ ਨਹੀਂ ਸੁਕਾ ਸਕਦਾ। ਹਾਂ, ਕਿਉਂਕਿ ਪਾਣੀ ਚੱਕ ਕੇ ਬਾਹਰ ਮਾਰਦਾ, ਪਾਣੀ ਖਿੱਚ ਲੈਂਦਾ, ਤਾਂ ਇਹ ਸਰੀਰ ਦੇ ਵਿੱਚੋਂ ਵੀ ਪਾਣੀ ਚੱਕਦਾ। ਇਹ ਤਾਂ ਪਹਿਲੀ ਪਾਣੀ ਦੀ ਘਾਟ ਹੈ, ਮੋਇਸਚਰ ਹੈ ਨਹੀਂ, ਉੱਪਰੋਂ ਏਸੀ ਚੱਲ ਰਿਹਾ ਹੈ, ਅੱਧੇ ਜ਼ਿਆਦਾ ਡੀਹਾਈਡਰੇਸ਼ਨ ਕਰ ਦਿੰਦਾ ਇਹ ਬੋਡੀ ਨੂੰ। ਸਾਡੀ ਬਦਕਿਸਮਤੀ ਹੈ ਵੀ ਇਹਦੇ ਵਿੱਚ ਲੋਕਾਂ ਨੂੰ ਸਮਾਨ ਧਰਨਾ ਹੀ ਨਹੀਂ ਅੱਜ ਤੱਕ ਆਇਆ। ਫਰਿੱਜ 'ਚ ਕਿਸੇ ਬੰਦੇ ਨੂੰ ਸਮਾਨ ਨਹੀਂ ਧਰਨਾ ਆਉਂਦਾ। ਮੈਂ ਚੈਲੰਜ ਕਰਦਾ ਜਿਹਦੇ ਮਰਜ਼ੀ ਘਰੇ ਚੱਲੀਏ, ਸਭ ਫਾਲਸ ਹੋਊ ਜੋ ਕੰਪਨੀ ਦੇ ਇੰਸਟਰਕਸ਼ਨ ਨੇ। ਕਿਉਂਕਿ ਕਾਰਨ ਹੈ ਵੀ ਫਰਿੱਜ ਇੱਕ ਉਹ ਬਿਮਾਰੀ ਦਾ ਘਰ ਹੈ ਵੀ ਜੇ ਬੰਦਾ ਨਾ ਬਿਮਾਰ ਹੋ ਸਕਦਾ ਹੋਵੇ ਤਾਂ ਵੀ ਇਹ ਕਰ ਦਿੰਦਾ। ਫਰਿੱਜ ਸਾਡੀਆਂ ਸਬਜ਼ੀਆਂ ਠੰਡੀਆਂ ਕਰਨ ਨੂੰ ਨਹੀਂ ਹੈਗਾ, ਸਾਡਾ ਆਟਾ ਠੰਡਾ ਕਰਨ ਨੂੰ ਨਹੀਂ ਹੈਗਾ, ਸਾਡਾ ਦੁੱਧ ਵੀ ਠੰਡਾ ਕਰਨ ਨੂੰ ਨਹੀਂ ਹੈਗਾ। ਹੋਰ ਭਾਜੀ ਫਿਰ ਕਿਹੜੀ ਚੀਜ਼ਾਂ ਬਾਤ ਹੈ, ਕਿਉਂਕਿ ਮੈਨੂੰ ਖੁਦ ਨਹੀਂ ਪਤਾ, ਮੈਂ ਵੀ ਜਾਣਨਾ ਚਾਹੂੰਗਾ। ਹੁਣ ਆਹੀ ਚੀਜ਼ਾਂ ਲੋਕ ਧਰਦੇ ਨੇ, ਇਹਨਾਂ ਵਾਸਤੇ ਫਰਿੱਜ ਨਹੀਂ ਹੈ। ਫਰਿੱਜ ਸਿਰਫ 2 ਚੀਜ਼ਾਂ ਵਾਸਤੇ ਡਿਜ਼ਾਈਨ ਹੋਇਆ ਸੀ। ਇਹਦਾ ਮੇਨ ਕੰਮ ਸੀ ਜਿਹੜੇ ਲੋਕ ਨੌਨ ਵੈਜ ਖਾਂਦੇ ਨੇ, ਨੌਨ ਵੈਜ ਨੂੰ ਜਾਂ ਮਾਸ ਮੀਟ ਨੂੰ ਸੰਭਾਲਣਾ, ਕਿਉਂਕਿ ਮਾਸ ਮੀਟ ਸਿਰਫ ਔਰ ਸਿਰਫ 0 ਡਿਗਰੀ ਤੇ ਹੀ ਸੰਭਲ ਸਕਦਾ ਹੈ ਔਰ ਉਹਨੂੰ ਕਿਸੇ ਮਤਲਬ ਆਪਦੀ ਮਰਜ਼ੀ ਦੀ ਮਾਤਰਾ 'ਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਜਾਨਵਰ ਮਾਰਿਆ ਗਿਆ ਐਂ ਤਾਂ ਹੈ ਨਹੀਂ ਵੀ ਅੱਧਾ ਪੌਣਾ ਕਿਲੋ ਲਿਆਊ ਉਹ ਤੋਂ। ਆਹ ਜਿੰਨੀਆਂ ਸ਼ੈਲਫਾਂ ਨੇ ਇਹ ਬੋਤਲਾਂ ਵਾਸਤੇ ਨਹੀਂ ਹੁੰਦੀਆਂ, ਇਹ ਅਸਲ ਦੇ ਜਿਹੜਾ ਦੂਜਾ ਕੰਮ ਹੈ ਇਹਦਾ ਉਹ ਹੈ ਮੈਡੀਸਨ ਵਾਸਤੇ। ਮੈਡੀਸਨ ਕੈਮੀਕਲ ਕੰਬੀਨੇਸ਼ਨ ਨੇ, ਉਹ ਇੱਕ ਸੀਮਤ ਟੈਂਪਰੇਚਰ ਤੇ ਹੀ ਸੰਭਲ ਸਕਦੇ ਨੇ। ਅਸਲ ਦੇ ਫਰਿੱਜ ਵਿੱਚ ਜਿਹੜਾ ਫਰਿੱਜ ਹੈ ਇਹ 2 ਚੀਜ਼ਾਂ ਵਾਸਤੇ ਡਿਜ਼ਾਈਨ ਹੈ। ਪਰ ਫਿਰ ਜਿਹੜਾ ਮੇਰੇ ਖਿਆਲ ਨਾਲ ਕਹਿ ਸਕਦੇ ਬੇਟਾ ਅੱਜ ਕੱਲ੍ਹ ਫਿਰ ਘਰਾਂ ਦੇ ਵਿੱਚ ਜਿਹੜੇ ਕੰਮ ਲਈ ਵਰਤਿਆ ਜਾਂਦਾ ਉਹ ਤਾਂ ਜਮਾਂ ਹੀ ਗਲਤ ਹੈ। ਉਹ ਸਾਡੀ ਸਿਹਤ ਦਾ ਸੱਤਿਆਨਾਸ਼ ਕਰ ਰਿਹਾ ਹੈ। ਮੱਖਣ ਹੋਇਆ, ਬਟਰ ਕਹਿ ਦਿੰਦੇ ਆ, ਮੱਖਣ ਹੈ ਤੇ ਇੱਧਰ ਸ਼ਹਿਦ ਹੈ। ਇਹ ਕਿਹਾ ਜਾਂਦਾ ਵੀ ਦੋਨੋਂ ਚੀਜ਼ਾਂ ਅੰਮ੍ਰਿਤ, ਪਰ ਇਹ ਦੋਵੇਂ ਮਿਲਾ ਦੇ ਤਾਂ ਪੂਰੀ ਸਿਰੇ ਦੀ ਜ਼ਹਿਰ। ਹਾਂ, ਸੁਪਰ ਪੋਇਜ਼ਨ। ਪਰ ਇਹ ਕੰਮ ਇਹ ਕਰ ਸਕਦਾ ਹੈ, ਇਹ ਕਰਦਾ ਹੈ। ਅਸੀਂ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਅਸੀਂ ਟੈਕਨੋਲੋਜੀ ਨਹੀਂ ਭੰਨਣ ਲੱਗੇ, ਅਸੀਂ ਇਹ ਟੈਕਨੋਲੋਜੀ ਸਿਰ 'ਤੇ ਰੋਟੀ ਖਾਧੀ ਹੈ, ਅੱਜ ਵੀ ਕੰਮ ਕਰਦੇ ਹਾਂ, ਬੱਚਿਆਂ ਨੂੰ ਸਿਖਾਉਂਦੇ ਹਾਂ, ਪਰ ਇਹਨੂੰ ਘੱਟੋ ਘੱਟ ਵਰਤਣਾ ਤਾਂ ਸਿੱਖ ਲਓ ਯਾਰ। ਕਿਵੇਂ ਵਰਤਣਾ, ਕਿਹੜੇ ਸਮਾਨ ਦਾ ਰੱਖਣਾ ਹੈ? ਪਹਿਲੀ ਗੱਲ ਤਾਂ ਕਿਹੜਾ ਸਮਾਨ ਰੱਖਣਾ, ਜੇ ਤੁਹਾਨੂੰ ਮਜਬੂਰੀ ਨੂੰ ਰੱਖਣਾ ਹੀ ਪੈ ਗਿਆ, ਉਹ ਸਮਾਨ ਰੱਖਣਾ ਪੈ ਗਿਆ ਜਿਹੜਾ ਅਸੀਂ ਰਿਕਮੈਂਡ ਨਹੀਂ ਕਰਦੇ, ਤਾਂ ਉਹਨੂੰ ਸੀਲ ਵਾਲੇ ਲਿਫਾਫੇ ਲਾਓ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਗਰਮੀ ਦਾ ਮੌਸਮ ਚੱਲ ਰਿਹਾ ਤੇ ਗਰਮੀ ਦੇ ਵਿੱਚ ਜੇਕਰ ਆਪਾਂ ਅੱਜ ਕੱਲ੍ਹ ਘਰਾਂ ਦੀ ਗੱਲ ਕਰ ਲਈਏ, ਹਰ ਘਰ ਦੇ ਵਿੱਚ ਏਸੀ ਚਾਲੂ ਹੋ ਚੁੱਕੇ ਨੇਗੇ। ਪਰ ਜੇਕਰ ਆਪਾਂ ਏਸੀਆਂ ਦੀ ਗੱਲ ਕਰੀਏ, ਏਸੀਆਂ ਦੀ ਕੀਮਤ ਬੜੀ ਵੱਡੀ ਮੰਨੀ ਜਾਂਦੀ ਹੈਗੀ। ਪਰ ਜੇਕਰ ਕਿਸਮਾਂ ਦੀ ਗੱਲ ਕਰ ਲਈਏ, ਏਸੀਆਂ ਦੇ ਵਿੱਚ ਵੀ ਅੱਜ ਕੱਲ੍ਹ ਤਾਂ ਕਈ ਕਿਸਮਾਂ ਆਉਣ ਲੱਗ ਜਾਂਦੀਆਂ। ਜੇਕਰ ਆਪਾਂ ਸ਼ੁਰੂਆਤ ਦੀ ਗੱਲ ਕਰ ਲਈਏ, ਕਈ ਨਵੇਂ ਏਸੀ 24,000 ਦੇ ਵੀ ਮਿਲ ਜਾਂਦੇ ਨੇ, ਕਈ 40 ਤੋਂ 45,000 ਦੇ ਵੀ ਪਏ ਨੇ, ਤੇ ਅੱਜ ਕੱਲ੍ਹ ਤਾਂ ਇੱਕ ਮੇਰੇ ਖਿਆਲ ਨਾਲ ਨਵੀਂ ਕਿਸਮ ਚੱਲੀ ਹੈਗੀ, ਇਨਵਰਟਰ ਏਸੀ ਵੀ ਚੱਲ ਪਏ ਨੇਗੇ, ਉਹਨਾਂ ਦੀ ਕੀਮਤ ਵੀ ਬੜੀ ਡਬਲ ਹੋਈ ਹੈਗੀ। ਤੇ ਪਰ ਅਸਲ ਦੇ ਵਿੱਚ ਜਿਹੜੇ ਲੋਕ ਕਨਫਿਊਜ਼ ਹੋਏ ਨੇ, ਜਾਂ ਫਿਰ ਕਹਿ ਦਈਏ ਜ਼ਿਹਨ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਤੇ ਏਸੀ ਲਈਏ ਤਾਂ ਲਈਏ ਕਿਹੜਾ, ਕਿਉਂਕਿ ਰੇਟਾਂ ਦੇ ਵਿੱਚ ਬੜਾ ਡਿਫਰੈਂਸ ਹੁੰਦਾ ਹੈ, ਪਰ ਚੀਜ਼ ਉਹੀ ਹੁੰਦੀ ਹੈਗੀ। ਤੇ ਇਸ ਟੌਪਿਕ ਤੇ, ਇਸ ਵਿਸ਼ੇ ਤੇ ਗੱਲਬਾਤ ਕਰ ਲਈ ਅਸੀਂ ਜੈ ਸਿੰਘ ਜੀ ਕੱਕੜਵਾਲ ਸਾਡੇ ਨਾਲ ਮੌਜੂਦ ਹੋਣਗੇ। ਆਪਾਂ ਨਾਲ ਗੱਲਬਾਤ ਕਰਾਂਗੇ ਕਿ ਅਸਲ ਵਿੱਚ ਏਸੀ ਕਿਹੜੀ ਕਿਸਮ ਦਾ ਜਾਂ ਫਿਰ ਕਿਸ ਤਰ੍ਹਾਂ ਦਾ ਲੈਣਾ ਚਾਹੀਦਾ, ਤੇ ਜਿਹੜੇ ਫਰਿੱਜ ਨੇਗੇ, ਕਿਉਂਕਿ ਗਰਮੀਆਂ ਦੇ ਵਿੱਚ ਫਰਿੱਜਾਂ ਦਾ ਅਕਸਰ ਬੜਾ ਚੱਲਦਾ ਹੈ ਕਿ ਠੰਡਾ ਪਾਣੀ ਪੀਣਾ ਭਾਈ, ਬਰਫ਼ ਵਾਲਾ ਪਾਣੀ ਪੀਣਾ ਹੈਗਾ। ਫਰਿੱਜਾਂ ਦਾ ਵੀ ਬੜਾ ਵੱਡਾ ਗਰਮੀਆਂ ਦੇ ਵਿੱਚ ਰੋਲ ਹੁੰਦਾ ਹੈ। ਉਸ ਫਰਿੱਜ ਦੇ ਬਾਰੇ ਵੀ ਜਾਣਨਾ ਪਾਵਾਂਗੇ। ਪਹਿਲਾਂ ਸਵਾਗਤ ਕਰਦੇ ਜੈ ਸਿੰਘ ਜੀ, ਸਭ ਤੋਂ ਪਹਿਲਾਂ ਪੰਜਾਬ ਨਿਊਜ਼ ਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਜੀ, ਸਿੱਧਾ ਕਾਇਮ ਨੇ? ਸਭ ਵਧੀਆ ਜੀ ਮੇਰਾ। ਜੈਸੇ ਜੀ ਜਿਵੇਂ ਪਹਿਲਾਂ ਮੈਂ ਸ਼ੁਰੂਆਤ ਕਰੀਏ ਏਸੀ ਤੋਂ, ਹੈ ਨਾ ਜੀ, ਵੀ ਗਰਮੀ ਦਾ ਮੌਸਮ ਆ ਚੁੱਕਿਆ ਹੈਗਾ, ਏਸੀ ਲੱਗ ਚੁੱਕੇ ਨੇਗੇ। ਮੈਂ ਕਹਿੰਦਾ ਜਿਹੜੀਆਂ ਇਲੈਕਟ੍ਰੋਨਿਕ ਦੀਆਂ ਸ਼ਾਪ ਨੇ, ਭੀੜ ਪਈ ਹੈਗੀ, ਭਾਈ ਏਸੀ ਲੈਣਾ, ਸਾਡੇ ਏਸੀ ਦੀ ਸਰਵਿਸ ਕਰ ਦਿਓ। ਪਰ ਅਸਲ ਦੇ ਵਿੱਚ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਬੜਾ ਪੈਦਾ ਹੁੰਦਾ ਹੈਗਾ ਨਾ, ਹਰ ਇੱਕ ਤੇ। ਮੈਂ ਕਹਿੰਦਾ ਜਿਵੇਂ ਆਪਦੇ ਵੀ ਗੱਲ ਕਰਾਂ, ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਏਸੀ ਲਈਏ ਤਾਂ ਲਈਏ ਕਿਹੜਾ, ਕਿਉਂਕਿ ਕਿਸਮਾਂ ਬੜੀਆਂ ਨੇਗੀਆਂ ਉਹਨਾਂ ਦੀਆਂ, ਚੀਜ਼ ਇੱਕ ਹੀ ਹੁੰਦੀ ਹੈ, ਰੇਟ ਬੜੇ ਡਿਫਰੈਂਟ ਹੁੰਦੇ ਨੇ। ਜੇਕਰ ਆਪਾਂ ਤੁਹਾਡਾ ਪੁਆਇੰਟ ਆਫ ਵੀ ਦੇਖੀਏ ਕਿ ਜਿਹੜੇ ਉਹ ਰੇਟ ਨੇ ਵਾਜਿਬ ਨੇ? ਦੇਖੋ ਜੀ, ਪਹਿਲਾਂ ਤਾਂ
ਮੈਂ ਸਾਰੇ ਦੋਸਤਾਂ ਨੂੰ ਦੱਸ ਦੇਣੀ ਚਾਹੁੰਦਾ ਵੀ ਸਾਡੀ ਬਦਕਿਸਮਤੀ ਇਹ ਹੈ ਵੀ ਸਾਨੂੰ ਐ ਨਹੀਂ ਪਤਾ ਵੀ ਸਾਨੂੰ ਚਾਹੀਦਾ ਕੀ ਹੈ। ਬਿਲਕੁਲ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਦੇਖੋ ਜਿਹੜੇ ਬੰਦੇ ਕੂਲਰ ਬਣਾਉਂਦੇ ਨੇ, ਹਵਾ ਵਾਲੇ ਕੂਲਰ, ਜੀ, ਉਹ ਕਹਿੰਦੇ ਨੇ ਵੀ ਸਾਡਾ ਜਿਹੜਾ ਕੂਲਰ ਹੈ ਏਸੀ ਵਰਗੀ ਹਵਾ ਮਾਰਦਾ, ਠੀਕ ਹੈ। ਤੇ ਏਸੀ ਵਾਲੇ ਕਹਿੰਦੇ ਵੀ ਸਾਡੇ ਵਰਗੀ ਰੀਸ ਕੋਈ ਨਹੀਂ ਜੀ। ਪਰ ਅਸਲ 'ਚ ਗੱਲ ਹੈ ਵੀ ਪਤਾ ਦੋਹਾਂ ਨੂੰ ਹੀ ਹੈ ਨਹੀਂ। ਮੈਂ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਸਾਫ਼ ਦੱਸਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਕੂਲਰ ਤੇ ਏਸੀ, ਇਹ ਇੱਕ ਦੂਜੇ ਦੇ ਪੁੱਠੇ ਪਾਸੇ ਨੇ। ਪੁੱਠੇ ਪਾਸੇ ਨੇ। ਜਿਹੜਾ ਕੂਲਰ ਹੈ ਉਹ ਹਵਾ ਦੇ ਵਿੱਚ ਪਾਣੀ ਰਲਾਉਂਦਾ, ਨਮੀ ਵਧਾਉਂਦਾ ਜੀ, ਤੇ ਜਿਹੜਾ ਏਸੀ ਹੈ ਉਹ ਨਮੀ ਨੂੰ ਬਾਹਰ ਕੱਢਦਾ। ਬਿਲਕੁਲ ਪੁੱਠੀ ਵਰਕਿੰਗ ਹੈ। ਤੇ ਪਹਿਲੀ ਗੱਲ ਤਾਂ ਇਹ ਦੱਸਦਾ ਵੀ ਜਿਹੜੇ ਇਹ ਮਹੀਨੇ ਨੇ ਮਾਰਚ ਤੋਂ ਲੈ ਕੇ ਤਕਰੀਬਨ ਅੱਧੀ ਜੂਨ ਸੌਰੀ, ਕਿਉਂਕਿ 15 ਜੂਨ ਤੋਂ ਬਾਅਦ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਹਿਊਮਿਡਿਟੀ ਵੱਧ ਜਾਂਦੀ ਹੈ ਬਾਰਿਸ਼ਾਂ ਕਰਕੇ। ਤੇ ਉਹਨਾਂ ਟਾਈਮ ਇਹ ਅਸਲ ਦੇ ਵਿੱਚ ਕੂਲਰ ਦਾ ਏਸੀ ਦਾ ਟਾਈਮ ਹੈ ਹੀ ਨਹੀਂ। ਕੂਲਰ ਦਾ ਟਾਈਮ ਉਦੋਂ ਪਹਿਲਾਂ, ਹਾਂ, ਇਹ ਸਹੀ ਮਾਅਨੇ 'ਚ ਏਸੀ ਦਾ ਟਾਈਮ ਹੈ ਨਹੀਂ। ਕਿਉਂਕਿ ਅੱਜ ਮੈਂ ਤੁਹਾਨੂੰ ਹੁਣੇ ਮੇਰੇ ਮੀਟਰਾਂ ਦੇ ਉੱਤੇ ਦਿਖਾਊਂਗਾ, ਸਾਡੇ ਸਾਰੇ ਮੀਟਰ ਲੱਗੇ ਹੋਏ ਨੇ ਤੇ ਉੱਥੇ ਜਿਹੜੀ ਹਵਾ ਦੇ ਵਿੱਚ ਨਮੀ ਹੈ ਥੋੜ੍ਹੇ ਦਿਨ ਹੋਏ ਜਿੱਦੇ ਲੋ ਚੱਲੀ ਉਹਦੇ 10% ਰਹਿ ਗਈ ਤੀ। ਅੱਛਾ ਜੀ। ਤੇ ਮਨੁੱਖ ਨੂੰ ਸਹੀ ਰਹਿਣ ਵਾਸਤੇ 50% ਨਮੀ ਦੀ ਲੋੜ ਪੈਂਦੀ ਹੈ, 50 ਦੀ। ਤੇ ਅਸੀਂ ਏਸੀ ਲਾ ਕੇ ਹੋਰ ਨਮੀ ਬਾਹਰ ਕੱਢ ਦਿੰਦੇ ਹਾਂ, ਜਿਹੜੀ ਹੈਗੀ ਪਰ ਉਹ ਵੀ ਕੱਢਤੀ। ਤੇ ਡਰਾਈ ਦਰਖਤਾਂ ਦੀ ਕਮੀ ਕਰਕੇ ਕਹਦੀ ਆਪਾਂ। ਹਾਂ, ਦੇਖੋ ਬਿਲਕੁਲ ਦਰਖਤਾਂ ਦੀ ਬਾਹਰ ਮੌਸਮ ਦੇ ਵਿੱਚ ਦਰਖਤ ਨਹੀਂ ਹੈਗੇ, ਹਰਿਆਲੀ ਨਹੀਂ ਹੈਗੀ ਤੇ ਉਹ ਜਿਹੜੀ ਨਮੀ ਹੈ ਉਹਦੀ ਘੱਟ ਹੋ ਜਾਂਦੀ ਹੈ। ਤੇ ਮੈਂ ਇਹ ਗੱਲ ਸਾਫ਼ ਦੱਸਦਾ ਵੀ ਇਹ ਜਿਹੜੇ ਦਿਨ ਨੇ ਇਹ ਹਵਾ 'ਚ ਪਾਣੀ ਰਲਾਉਣ ਦੇ ਹੁੰਦੇ ਨੇ। ਇਸੇ ਕਰਕੇ ਜਿਹੜਾ ਅੱਜ ਕੱਲ੍ਹ ਕੂਲਰ ਹੈ ਉਹ ਵਾਕਈ ਏਸੀ ਵਰਗੀ ਠੰਡੀ ਹਵਾ ਮਾਰਦਾ, ਕਿਉਂ ਪਾਣੀ ਆਉਂਦੇ ਵੇਪਰ ਹੋ ਜਾਂਦਾ ਹੈ। ਪਰ ਜਦੋਂ ਸਾਡੇ ਝੋਨੇ ਦੀ ਫਸਲ ਲੱਗ ਗਈ ਤਾਂ ਉਸ ਤੋਂ ਬਾਅਦ ਹਵਾ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਹੈ ਉਹ 50% ਤੋਂ ਵੱਧੂਗੀ, ਬਲਕਿ ਕਈ ਵਾਰ ਤਾਂ ਇਹ 70% ਤੱਕ ਵੀ ਚਲੀ ਜਾਂਦੀ ਹੈ। ਉੱਤੋਂ ਧੁੱਪ ਵੀ ਪੂਰੀ ਤੇ ਉੱਤੋਂ ਨਮੀ ਵੀ ਪੂਰੀ। ਉਹਨਾਂ ਹਾਲਤਾਂ 'ਚ ਫਿਰ ਜਿਹੜੇ ਕੂਲਰ ਵਗੈਰਾ ਨਹੀਂ ਕੰਮ ਕਰਦੇ, ਉਹ 50% ਤੱਕ ਕੰਮ ਕਰਨਗੇ, ਉਸ ਤੋਂ ਬਾਅਦ ਉਹਦਾ ਕੰਮ ਬੰਦ ਹੋ ਜਾਂਦਾ ਹੈ। ਉਦੋਂ ਫਿਰ ਏਸੀਆਂ ਦਾ ਜ਼ਮਾਨਾ। ਹਾਂ, ਫਿਰ ਮੁੜਕਾ ਉਦੋਂ ਆਉਂਦਾ ਹੁੰਦਾ। ਦੇਖੋ ਅੱਜ ਕਿੰਨੀ ਗਰਮੀ ਹੈ, ਬਿਲਕੁਲ 45 ਟੈਂਪਰੇਚਰ ਚੱਲ ਰਿਹਾ 2-3 ਦਿਨ ਤੋਂ, ਤਾਂ ਵੀ ਕਿਸੇ ਨੂੰ ਮੁੜਕਾ ਨਹੀਂ ਆਉਂਦਾ। ਤੇ ਉਹ ਦਿਨਾਂ 'ਚ ਟੈਂਪਰੇਚਰ ਹੋਊ 30 ਤੇ ਬੰਦੇ ਤੋਂ ਪਸੀਨਾ ਸੁਕਾਇਆ ਨਹੀਂ ਜਾਂਦਾ। ਬਿਲਕੁਲ। ਮੈਂ ਇਸ ਕਰਕੇ ਕਹਿਣਾ ਵੀ ਸਾਡੀ ਬਦਕਿਸਮਤੀ ਹੈ ਵੀ ਸਾਡੇ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਤੇ ਕਿਹੜੀ ਚੀਜ਼ ਚਲਾਉਣੀ ਹੈ। ਬਿਲਕੁਲ। ਆਪਾਂ ਜੈ ਸਿੰਘ ਜੀ ਜਿਵੇਂ ਏਸੀ ਦੀ ਗੱਲ ਕਰੀ ਸੀਗਾ ਨਾ, ਏਸੀ ਦੇ ਜਿਵੇਂ ਅੱਜ ਕੱਲ੍ਹ ਇਨਵਰਟਰ ਏਸੀ ਚੱਲੇ ਹੋਏ ਨੇਗੇ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇੱਕ ਵਿੰਡੋ ਏਸੀ ਚੱਲਦਾ ਹੈਗਾ ਉਹ 24,000 ਦਾ ਆ ਜਾਂਦਾ ਹੈਗਾ। ਸਪਲਿੱਟ ਕਹਿੰਦੇ ਭਾਈ ਲਾਉਣਾ ਗਾ ਉਹ ਤੇ 40-45,000 ਲਾਉਣਾ ਪੈਣਾ। ਹਾਲਾਂਕਿ ਚੀਜ਼ ਸੇਮ ਹੀ ਹੁੰਦੀ ਹੈਗੀ ਹੈ ਨਾ। ਨਹੀਂ, ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ। ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਵੀ ਆ ਦੇਖੋ, ਆਹ ਜਿਹੜੇ ਇਹ ਵਿੰਡੋ ਏਸੀ ਨੇ, ਆਹ ਖੁੱਲ੍ਹਿਆ ਪਿਆ ਜੀ, ਇਹ ਵਿੰਡੋ ਏਸੀ ਹੈ ਤੇ ਇਧਰਲੇ ਪਾਸੇ ਪਿਛਲੇ ਪਾਸੇ ਸਪਲਿੱਟ ਵੀ ਰੱਖਿਆ ਹੋਇਆ। ਤੇ ਇਹਨਾਂ ਦਾ ਫਰਕ ਕੀ ਹੈ, ਇਹਦੀ ਜਿਹੜੀ ਜਾਲੀਆਂ ਨੇ ਵਿੰਡੋ ਦੀਆਂ ਜਾਲੀਆਂ ਵਾਸਤੇ, ਕਿਉਂਕਿ ਜਿਹੜੀ ਜਗ੍ਹਾ ਉਹ ਸੀਮਿਤ ਹੁੰਦੀ ਹੈ, ਇਹ ਪੂਰੀ ਦੀ ਪੂਰੀ ਜਿਹੜੀ ਗਰਮੀ ਹੈ ਉਹ ਪਾਸ ਆਊਟ ਨਹੀਂ ਕਰ ਸਕਦਾ। ਹਾਂ, ਇਹਦੀ ਕਪੈਸਿਟੀ ਮਤਲਬ 1.5 ਟਨ, ਮਸ਼ੀਨ ਪੂਰੇ ਟਨ ਦੀ ਹੈ, ਪਰ ਕਿਉਂਕਿ ਜਾਲੀਆਂ ਕੋਲੇ ਹਵਾ ਲੱਗਣ ਨੂੰ ਜਗ੍ਹਾ ਘੱਟ ਹੈ, ਇਸ ਕਰਕੇ ਇਹਨਾਂ ਦੀ ਐਫੀਸ਼ੀਐਂਸੀ ਪੂਰੀ ਨਹੀਂ ਆਉਂਦੀ। ਹਾਂ, ਇਹ ਕੰਪੈਕਟ ਹੁੰਦਾ ਤੇ ਆਪਾਂ ਹੁਣ ਇਹਦੇ ਮੁਕਾਬਲੇ ਜੇ ਆਪਾਂ ਆਹ ਦੇਖੀਏ ਜੀ, ਇਹ ਸਪਲਿੱਟ ਹੈ, ਇਹ ਸਪਲਿੱਟ ਦਾ ਆਊਟਡੋਰ ਹੈ। ਆਹ ਦੇਖੋ ਕਿੱਡੀ ਵੱਡੀ ਜਾਲੀ ਹੈ ਇਹਦੀ। ਬਿਲਕੁਲ ਕਾਫੀ ਵੱਡੀ ਹੈ, ਉਹਦੇ ਨਾਲ ਤਕਰੀਬਨ ਉਹਦੇ ਨਾਲੋਂ ਦੁੱਗਣੀ ਤੋਂ ਵੀ ਵੱਡੀ ਜਾਲੀ ਹੈ। ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ। ਤੇ ਤੀਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਇਨਵਰਟਰ ਦੀ, ਜੀ ਕੋਈ ਸ਼ੱਕ ਨਹੀਂ ਵੀ ਇਨਵਰਟਰ ਟੈਕਨੋਲੋਜੀ ਬਹੁਤ ਬਿਹਤਰੀਨ ਟੈਕਨੋਲੋਜੀ ਆਈ ਹੈ, ਨਵੀਂ ਟੈਕਨੋਲੋਜੀ ਹੈ। ਇਹਦੇ ਵਿੱਚ ਜੇ ਜ਼ਿਆਦਾ ਗੱਲ ਕਰੀਏ ਤਾਂ ਜਿਹੜੀ ਬਿਜਲੀ ਦੀ ਬਚਤ ਹੈ, ਕਿਉਂਕਿ ਲੋਕਾਂ ਦਾ ਸਵਾਲ ਹੈ ਬਿਜਲੀ ਦੀ ਬਚਤ। ਬਿਲਕੁਲ ਵੱਡਾ ਪੁਆਇੰਟ ਤਾਂ ਇਹ ਹੁੰਦਾ ਵੀ 5 ਸਟਾਰ ਲੈਣਾ ਭਾਈ, ਕਿਉਂ ਲੈਣਾ, ਬਿਜਲੀ ਘੱਟ ਖਾਂਦਾ। ਤੇ ਉਹਦੇ ਵਿੱਚ ਆਪਾਂ ਇਹ ਕਰਦਾ ਵੀ ਜੇ ਤਾਂ ਤੁਸੀਂ ਏਸੀ ਚਲਾ ਕੇ ਰਜਾਈ 'ਚ ਵੜਨਾ, ਜਾਣੀ ਕਿ ਸੈਟਿੰਗ ਹੋ ਗਈ 16 ਤੇ, ਫਿਰ ਤੁਹਾਨੂੰ ਕੋਈ ਨਹੀਂ ਬਚਾ ਸਕਦਾ, ਨਾ ਇਨਵਰਟਰ ਨਾ ਕਨਵੈਨਸ਼ਨਲ, ਉਹਦੀ ਬਰਾਬਰ ਹੀ ਖਪਤ ਚੱਲਦੀ ਹੈ। ਤੇ ਹੁਣ ਇਹ ਚਾਹੀਦਾ ਵੀ ਜਿਵੇਂ ਅੱਜ ਕੱਲ੍ਹ ਦੇ ਦਿਨ ਨੇ, ਆਪਾਂ ਮਈ ਦਾ ਐਂਡ ਚੱਲ ਰਿਹਾ, ਇਹ ਦਿਨਾਂ 'ਚ ਏਸੀ ਦੀ ਸੈਟਿੰਗ 29 ਤੋਂ ਹੇਠਾਂ ਕਰਨੀ ਹੀ ਨਹੀਂ ਚਾਹੀਦੀ। 29 ਤੋਂ ਬਾਅਦ ਇਸ ਦਿਨਾਂ ਦੇ ਵਿੱਚ, ਹਾਂ, ਇਹ ਦਿਨਾਂ 'ਚ 29 ਤੇ ਜੂਨ ਜੁਲਾਈ ਤੋਂ ਬਾਅਦ ਮਤਲਬ ਸਾਰਾ ਜੇ ਜ਼ੋਰ ਲਾ ਦਈਏ ਤਾਂ 27 ਤੇ ਆਉਣੀ ਚਾਹੀਦੀ, ਨਹੀਂ 28 ਤੇ ਰਹਿਣੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕੋਈ ਦਰਸ਼ਕ ਇੰਨੀ ਘੱਟ ਸੈਟਿੰਗ ਰੱਖਦਾ, ਕੋਈ ਵੀ ਨਹੀਂ ਕਰਦਾ। ਤੇ ਸਾਡੇ ਏਸੀ ਬਕਾਇਦਾ ਇਸੇ ਸੈਟਿੰਗਾਂ ਤੇ ਰਹਿੰਦੇ ਨੇ ਤੇ ਸਭ ਤੋਂ ਘੱਟ ਅਸੀਂ ਬਿਜਲੀ ਫੂਕਦੇ ਹਾਂ। ਤੇ
ਉਹ ਇੱਕ ਵਹਿਮ ਹੋ ਜਾਂਦਾ ਵੀ ਹੋਰ ਠੰਡਾ ਠੰਡੇ ਦਾ ਇੱਕ ਲਿਮਿਟ ਹੈ ਜੀ। ਜਦੋਂ ਮੋਇਸਚਰ ਉੱਥੋਂ ਪਿਕ ਹੋ ਗਿਆ ਤਾਂ ਇੱਕ ਮਤਲਬ ਇਹ ਹੈ ਵੀ ਸਾਨੂੰ ਪਰੇਸ਼ਾਨੀ ਜੀ ਨਾ ਆਵੇ ਤਾਂ ਉਹਨਾਂ ਟੈਂਪਰੇਚਰ ਬਹੁਤ ਹੈ। ਹੁਣ ਕੱਲ ਮੈਂ ਆਪਣੇ ਦਫ਼ਤਰ 'ਚ ਬੈਠਾ ਸੀ, ਮੇਰੇ ਆਫਿਸ ਦਾ ਟੈਂਪਰੇਚਰ ਸੀ 31.5 ਕਿਉਂਕਿ ਮੇਰਾ ਏਸੀ 30 ਤੇ ਸੈੱਟ ਕੀਤਾ ਹੋਇਆ, 31.5 ਨਾਰਮਲ ਐਟਮੋਸਫੀਅਰ ਦਾ ਹੋ ਗਿਆ। ਤਾਂ ਬੇਟੀ ਕਹ ਰਹੀ ਹੈ ਵੀ ਇਹਦਾ ਇੰਨੇ ਦਾ ਕੀ ਫਾਇਦਾ ਬਣਾ ਪੁੱਤਰ, ਕਿਉਂਕਿ ਜਿਹੜਾ ਮੋਇਸਚਰ ਹੈ ਉਹ 20% ਤੋਂ ਹੇਠਾਂ ਆ ਚੁੱਕਿਆ ਹੈ, ਇਹਨੂੰ ਹੋਰ ਜ਼ਿਆਦਾ ਚਲਾਉਣਾ ਠੀਕ ਨਹੀਂ ਹੈ। ਬਿਲਕੁਲ ਜਿਵੇਂ ਜਿਹੜੇ ਅਕਸਰ ਨਾ ਘਰਾਂ ਦੇ ਵਿੱਚ ਆਪਾਂ ਅਕਸਰ ਦੇਖਦੇ ਆਂਗੇ ਜਿਹੜੇ ਜ਼ਿਆਦਾਤਰ ਵਿਹਲਾ ਰਹਿਣਾ ਗਿੱਜੇ ਹੁੰਦੇ ਨੇਗੇ ਹਨਾ। ਜੇਕਰ ਮੈਂ ਆਪਦੇ ਵਰਗਿਆਂ ਦੀ ਗੱਲ ਕਰ ਲਾਂ, ਜਿਹੜੇ ਮੇਰੇ ਵਰਗੇ ਹੁੰਦੇ ਸੋਨਾ ਤੇ ਛੱਡ ਕੇ ਪੈ ਜਾਂਦੇ ਨੇ ਭਾਈ, ਉੱਪਰੋਂ ਕੱਪੜਾ ਵੀ ਮੋਟਾ ਲੈ ਲਿਆ, ਫਿਰ ਉਹ ਨੁਕਸਾਨ ਵੀ ਕਰਦਾ ਨਾ ਕਿਤੇ ਤਾਂ। ਦੇਖੋ ਮੈਂ ਇੱਕ ਗੱਲ ਦੱਸਦਾ ਵੀ ਘੱਟ ਨਮੀ ਦੇ ਰੱਖਣ ਦਾ ਫਾਇਦਾ ਨੁਕਸਾਨ ਕੀ ਹੈ ਵੀ ਇਹ ਜਿਹੜੇ ਆਈਟਮ ਹੈ ਇਹਦਾ ਅਸਲ ਨਾਮ ਹੈ ਡਰਾਇਰ। ਹਾਂ, ਇਹ ਨਾਮ ਨੂੰ ਕੋਈ ਨਹੀਂ ਜਾਣਦਾ ਜੀ। ਮੈਂ ਵੀ ਦੱਸਦਾ ਵੀ ਜੇ ਕਮਰੇ ਦੇ ਵਿੱਚ ਪੂਰੇ ਭਿੱਜੇ ਹੋਏ ਕੱਪੜੇ ਪਾ ਦਈਏ, ਸਭ ਤੋਂ ਛੇਤੀ ਇਹ ਸੁਕਾਊ, ਉਹਦਾ ਛੇਤੀ ਹੀਟਰ ਨਹੀਂ ਸੁਕਾ ਸਕਦਾ। ਅੱਛਾ ਜੀ। ਹਾਂ, ਕਿਉਂਕਿ ਪਾਣੀ ਚੱਕ ਕੇ ਬਾਹਰ ਮਾਰਦਾ, ਪਾਣੀ ਖਿੱਚ ਲੈਂਦਾ, ਤਾਂ ਇਹ ਸਰੀਰ ਦੇ ਵਿੱਚੋਂ ਵੀ ਪਾਣੀ ਚੱਕਦਾ ਹੈ। ਜਿਵੇਂ ਕਿ ਇੱਕ ਤਾਂ ਪਹਿਲੀ ਪਾਣੀ ਦੀ ਘਾਟ ਹੈ, ਮੋਇਸਚਰ ਹੈ ਨਹੀਂ, ਉੱਪਰੋਂ ਏਸੀ ਚੱਲ ਰਿਹਾ ਹੈ, ਅੱਧੇ ਜ਼ਿਆਦਾ ਡੀਹਾਈਡਰੇਸ਼ਨ ਕਰ ਦਿੰਦਾ ਇਹ ਬੋਡੀ ਨੂੰ। ਹਾਂ, ਇਹਨੂੰ ਹੱਦ ਤੋਂ ਜ਼ਿਆਦਾ ਨਹੀਂ ਚਲਾਉਣਾ ਚਾਹੀਦਾ। ਹਾਂ ਬਿਲਕੁਲ। ਆਪਾਂ ਮੈਂ ਕਹਿੰਦਾ ਹੁਣ ਥੋੜਾ ਫ੍ਰਿਜ ਤੇ ਆਈਏ ਥੋੜਾ ਜਿਹਾ, ਕਿਉਂਕਿ ਏਸੀਆਂ ਤੇ ਆਪਾਂ ਗੱਲਬਾਤ ਹੋ ਚੁੱਕੀ ਹੈਗੀ। ਇੱਕ ਫ੍ਰਿਜ ਤੇ ਨਾ ਅਕਸਰ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਚੱਲਦਾ, ਕਹਿੰਦੇ ਭਾਈ ਫ੍ਰਿਜ ਦਾ ਥੋੜੀ ਤੇਜ਼ ਕਰ ਦਿਓ, ਠੰਡਾ ਘੱਟ ਕਰਦੀ ਹੈਗੀ, ਜਾਂ ਫਿਰ ਕੋਈ ਵੀ ਚੀਜ਼ ਹੈਗੀ ਜਾਂ ਪਾਣੀ ਲੈ ਲਈਏ ਨਾ ਬਰਫ਼ ਜਮ ਲਈ, ਇਹਨੂੰ ਤੇਜ਼ ਕਰ ਦਿਓ, ਠੰਡਾ ਘੱਟ ਕਰਦੀ ਹੈ। ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ, ਬਹੁਤ ਵੱਡਾ ਵਹਿਮ ਹੈ ਦਿਲ ਦਾ। ਆ ਇੱਥੇ ਥਰਮੋਸਟੇਟ ਹੁੰਦੀ ਹੈ, ਆ ਸਾਹਮਣੇ ਲੱਗੀ ਹੋਈ, ਇਹ ਇੱਕ ਸੈੱਟ ਟੈਂਪਰੇਚਰ ਹੈ। ਫ੍ਰਿਜ ਜਿਹੜਾ ਹੈਗਾ ਇਹ ਮੈਂ ਆਪਣੇ 10 ਡਿਗਰੀ ਤੱਕ ਦੀ ਸੈਟਿੰਗ ਰੱਖਦਾ ਹੈ। ਯਾਰ ਪਹਿਲੇ ਹੀ ਬਾਹਰ 25 ਹੈ, ਤੁਸੀਂ ਉਹਨੂੰ 10 ਤੇ ਕਰ ਲਓ, 8 ਤੇ ਕਰ ਦਿਓ, 6 ਤੇ ਕਰ ਦਿਓ, ਕੀ ਫਰਕ ਹੈ? ਜਿੰਨਾ ਚਿਰ 10 ਹੀ ਨਹੀਂ ਆਉਂਦਾ ਉਹਨੇ ਕੱਟਣੀ ਹੀ ਨਹੀਂ ਹੈ। ਕੋਈ ਮੋਟਰ ਦੀ ਸਪੀਡ ਵੱਧਦੀ ਘਟਦੀ ਨਹੀਂ ਹੁੰਦੀ ਇਹਦੇ ਨਾਲ, ਇਹ ਟੈਂਪਰੇਚਰ ਦੀ ਸੈਟਿੰਗ ਹੈ। ਸਰਦੀਆਂ ਦੇ ਵਿੱਚ ਜਦ ਆਪਾਂ ਥੋੜਾ ਜਿਹਾ ਸਲੋ ਕਰਕੇ ਰੱਖ ਦਿੰਦੇ ਹਾਂ ਵੀ ਚਲੋ ਟੈਂਪਰੇਚਰ 4 5 6 ਆਉਂਦਾ ਹੈ ਤਾਂ ਉਦੋਂ ਬੰਦ ਹੋ ਜੂ। ਗਰਮੀਆਂ 'ਚ ਇਹਨੇ ਕਿੱਥੇ ਬੰਦ ਹੋਣਾ? ਜੇ ਤੁਸੀਂ ਇਹਦੀ ਸੈਟਿੰਗ ਵਧਾ ਦੋਗੇ, ਕੂਲਿੰਗ ਵੱਲ ਕਰੀ ਜਾਓਗੇ, ਲਗਾਤਾਰ ਚਲੀ ਜਾਓ, ਮਸ਼ੀਨ ਘਸੀ ਜਾਊ, ਬੇਮਤਲਬ ਖਰਾਬ ਹੋ ਰਹੀ ਹੈ। ਬਿਲਕੁਲ। ਫਿਰ ਜਿਵੇਂ ਕਹਿੰਦੇ ਨਾ, ਜਿਵੇਂ ਅਕਸਰ ਕੀ ਹੁੰਦਾ, ਮੈਂ ਇੱਕ ਗੱਲ ਦੇ ਦਿੰਦਾ, ਜਿਹੜੇ ਆਮ ਘਰਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਨਾ, ਇਹ ਸਮਾਨ ਵੱਧ ਹੁੰਦਾ ਫ੍ਰਿਜ ਦੇ ਵਿੱਚ। ਆ ਜਿਹੜੀਆਂ ਜਾਲੀਆਂ ਹੁੰਦੀਆਂ ਨੇ, ਜਾਲੀਆਂ ਜੇ ਕੱਢ ਕੇ ਬਾਹਰੇ ਰੱਖ ਦਿੰਦੇ ਨੇ, ਅੰਦਰ ਮੈਂ ਕਹਿੰਦਾ ਬਾਲਟੀਆਂ ਲਈਆਂ ਪਈਆਂ ਹੁੰਦੀਆਂ ਨੇਗੀਆਂ, ਪਰ ਉਹ ਚੀਜ਼ਾਂ ਨਾਲ ਕਿੰਨਾ ਕੁ ਕੂਲਿੰਗ ਕੰਮ ਕਰਦੀ ਹੈ? ਨਹੀਂ, ਉਹ ਬਹੁਤ ਗਲਤ ਕੰਮ ਕਰਦੇ ਨੇ ਲੋਕ, ਬਹੁਤ ਹੀ ਗਲਤ ਕੰਮ। ਇਹਦੀ ਇੱਕ ਸਮਰੱਥਾ ਹੈ ਮਸ਼ੀਨ ਦੀ ਜੀ। ਦੂਜੀ ਗੱਲ ਸਾਡੀ ਬਦਕਿਸਮਤੀ ਹੈ ਵੀ ਇਹਦੇ ਵਿੱਚ ਲੋਕਾਂ ਨੂੰ ਸਮਾਨ ਧਰਨਾ ਹੀ ਨਹੀਂ ਅੱਜ ਤੱਕ ਆਇਆ। ਫਰਿੱਜ 'ਚ ਕਿਸੇ ਬੰਦੇ ਨੂੰ ਸਮਾਨ ਨਹੀਂ ਧਰਨਾ ਆਉਂਦਾ। ਮੈਂ ਚੈਲੰਜ ਕਰਦਾ, ਜਿਹਦੇ ਮਰਜ਼ੀ ਘਰੇ ਚੱਲੀਏ, ਸਭ ਫਾਲਸ ਹੋਊ ਜੋ ਕੰਪਨੀ ਦੇ ਇੰਸਟਰਕਸ਼ਨ ਨੇ। ਬਿਲਕੁਲ। ਕਿਉਂਕਿ ਕਾਰਨ ਹੈ ਵੀ ਫਰਿੱਜ ਇੱਕ ਉਹ ਬਿਮਾਰੀ ਦਾ ਘਰ ਹੈ ਵੀ ਜੇ ਬੰਦਾ ਨਾ ਬਿਮਾਰ ਹੋ ਸਕਦਾ ਹੋਵੇ ਤਾਂ ਵੀ ਇਹ ਕਰ ਦਿੰਦਾ। ਫਰਿੱਜ ਦੇ ਵਿੱਚ ਇੱਕ ਖਾਸੀਅਤ ਹੈ, ਜੇ ਕਿਸੇ ਦਰਸ਼ਕ ਨੇ ਤਜਰਬਾ ਦੇਖਣਾ ਹੈ, ਤੁਸੀਂ ਹੇਠਾਂ ਖੱਟੀ ਲੱਸੀ ਧਰ ਦਿਓ, ਬਿਲਕੁਲ ਹੇਠਲੇ ਪਾਸੇ। ਹਾਂ ਜੀ, ਤੁਸੀਂ ਜਿਹੜੀ ਮਰਜ਼ੀ ਫਰਿੱਜ 'ਚੋਂ ਜਾ ਕੇ ਚੀਜ਼ ਖਾਣ ਲੱਗੋਗੇ, ਤੁਹਾਨੂੰ ਖੱਟੀ ਲੱਸੀ ਦਾ ਸਵਾਦ ਆਊਗਾ। ਮਤਲਬ ਜਿਹੜੀ ਨੀਚੇ ਧਰੇ ਨਾ, ਸਾਰਿਆਂ ਨੂੰ ਮਿਕਸ ਕਰਦਾ ਇਹ, ਸਾਰੇ ਕਸਰ ਨੂੰ ਮਿਕਸ ਕਰਦਾ ਹੈ। ਖਰਬੂਜਾ ਧਰ ਦਿਓ, ਹਰੇਕ ਦੀ ਜੋ ਖਰਬੂਜੇ ਦਾ ਟੇਸਟ ਆ। ਬਿਲਕੁਲ। ਅਸਲ ਦੇ ਵਿੱਚ ਤਾਂ ਇਹ ਵੀ ਪਤਾ ਨਹੀਂ ਹੈ ਵੀ ਇਹ ਫਰਿੱਜ ਬਣਿਆ ਕਾਹਦੇ ਵਾਸਤੇ ਹੋਇਆ। ਫਰਿੱਜ ਸਾਡੀਆਂ ਸਬਜ਼ੀਆਂ ਠੰਡੀਆਂ ਕਰਨ ਨੂੰ ਨਹੀਂ ਹੈਗਾ, ਸਾਡਾ ਆਟਾ ਠੰਡਾ ਕਰਨ ਨੂੰ ਨਹੀਂ ਹੈਗਾ, ਸਾਡਾ ਦੁੱਧ ਵੀ ਠੰਡਾ ਕਰਨ ਨੂੰ ਨਹੀਂ ਹੈਗਾ। ਹੋਰ ਭਾਜੀ ਫਿਰ ਕਿਹੜੀ ਚੀਜ਼ਾਂ ਵਾਸਤੇ? ਕਿਉਂਕਿ ਮੈਨੂੰ ਖੁਦ ਨਹੀਂ ਪਤਾ, ਮੈਂ ਵੀ ਜਾਣਨਾ ਚਾਹੂੰਗਾ ਹੁਣ। ਆਹੀ ਚੀਜ਼ਾਂ ਲੋਕ ਧਰਦੇ ਨੇ, ਇਹਨਾਂ ਵਾਸਤੇ ਫਰਿੱਜ ਨਹੀਂ ਹੈ। ਫਰਿੱਜ ਸਿਰਫ 2 ਚੀਜ਼ਾਂ ਵਾਸਤੇ ਡਿਜ਼ਾਈਨ ਹੋਇਆ ਸੀ। ਇਹਦਾ ਮੇਨ ਕੰਮ ਸੀ, ਜਿਹੜੇ ਲੋਕ ਨੌਨ ਵੈਜ ਖਾਂਦੇ ਨੇ, ਨੌਨ ਵੈਜ ਨੂੰ ਜਾਂ ਮਾਸ ਮੀਟ ਨੂੰ ਸੰਭਾਲਣਾ, ਕਿਉਂਕਿ ਮਾਸ ਮੀਟ ਸਿਰਫ ਔਰ ਸਿਰਫ 0 ਡਿਗਰੀ ਤੇ ਹੀ ਸੰਭਲ ਸਕਦਾ ਜੀ, ਔਰ ਉਹਨੂੰ ਕਿਸੇ ਮਤਲਬ ਆਪਦੀ ਮਰਜ਼ੀ ਦੀ ਮਾਤਰਾ 'ਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਜਾਨਵਰ ਮਾਰਿਆ ਗਿਆ। ਐਂ ਤਾਂ ਹੈ ਨਹੀਂ ਵੀ ਅੱਧਾ ਪੌਣਾ ਕਿਲੋ ਲਿਆਊ ਉਹ ਤੋਂ। ਆਹ ਜਿਹੜਾ ਖਾਨਾ ਹੈ, ਜਿਹਨੂੰ ਆਪਾਂ ਬਰਫ਼ ਵਾਲਾ ਖਾਨਾ ਸਮਝਦੇ ਹਾਂ, ਇਹ ਬਰਫ਼ ਵਾਲਾ ਖਾਨਾ ਨਹੀਂ ਹੈਗਾ, ਇਹ ਅਸਲ ਦੇ ਵਿੱਚ ਨੌਨ ਵੈਜ ਸੰਭਾਲਣ ਵਾਲਾ ਖਾਨਾ ਹੈ। ਇੱਥੇ ਬਰਫ਼ ਨਹੀਂ ਜਮਾ ਸਕਦੇ, ਇੱਥੇ 0 ਡਿਗਰੀ ਦਾ ਖਾਨਾ ਇਹ। ਦੂਜੀ ਗੱਲ, ਆਹ ਜਿੰਨੀਆਂ ਸ਼ੈਲਫਾਂ ਨੇ ਇਹ ਬੋਤਲਾਂ ਵਾਸਤੇ ਨਹੀਂ ਹੁੰਦੀਆਂ, ਇਹ ਅਸਲ ਦੇ ਵਿੱਚ ਜਿਹੜਾ ਦੂਜਾ ਕੰਮ ਹੈ ਇਹਦਾ, ਉਹ ਹੈ ਮੈਡੀਸਨ ਵਾਸਤੇ। ਮੈਡੀਸਨ ਕੈਮੀਕਲ ਕੰਬੀਨੇਸ਼ਨ ਨੇ, ਉਹ ਇੱਕ ਸੀਮਤ ਟੈਂਪਰੇਚਰ ਤੇ ਹੀ ਸੰਭਲ ਸਕਦੇ ਨੇ। ਅਸਲ ਦੇ ਫਰਿੱਜ ਵਿੱਚ ਜਿਹੜਾ ਫਰਿੱਜ ਹੈ, ਇਹ 2 ਚੀਜ਼ਾਂ ਵਾਸਤੇ ਡਿਜ਼ਾਈਨ ਹੈ। ਪਰ ਫਿਰ ਜਿਹੜਾ ਮੇਰੇ ਖਿਆਲ ਨਾਲ ਕਹਿ ਸਕਦੇ ਬੇਟਾ, ਅੱਜ ਕੱਲ੍ਹ ਫਿਰ ਘਰਾਂ ਦੇ ਵਿੱਚ ਜਿਹੜੇ ਕੰਮ ਲਈ ਵਰਤਿਆ ਜਾਂਦਾ ਉਹ ਤਾਂ ਜਮਾਂ ਹੀ ਗਲਤ ਹੈ। ਉਹ ਸਾਡੀ ਸਿਹਤ ਦਾ ਸੱਤਿਆਨਾਸ਼ ਕਰ ਰਿਹਾ ਹੈ। ਸਾਡੇ ਕੀ ਹੈ ਵੀ ਘਰਾਂ ਦੀਆਂ ਜਿਹੜੀਆਂ ਸਵਾਣੀਆਂ ਨੇ ਉਹ ਆਟਾ ਗੁੰਨ ਕੇ ਦੇ ਵਿੱਚ ਧਰ ਦਿੰਦੀਆਂ ਨੇ। ਬਿਲਕੁਲ। ਮੈਂ ਕਹਿੰਦਾ ਵੀ ਤੁਸੀਂ ਕਦੇ ਵੀ ਆਟਾ ਵਿੱਚ ਧਰਤਾ 5-4 ਘੰਟੇ,
ਉਦੋਂ ਬਾਅਦ ਚੈੱਕ ਕਰੋ ਉਹਦੇ ਉੱਤੇ ਸਿੱਕਰੀ ਆ ਜਾਂਦੀ ਹੈ। ਬਿਲਕੁਲ ਬਿਲਕੁਲ ਆਉਂਦੀ ਹੈ। ਇਹ ਬੈਕਟੀਰੀਆ ਨੂੰ ਰੋਕ ਨਹੀਂ ਸਕਦਾ, ਉਹਦੀ ਪ੍ਰੋਸੈਸਿੰਗ ਸਲੋ ਰੱਖ ਲੈਂਦਾ ਹੈ। ਬੈਕਟੀਰੀਆ ਨਹੀਂ ਰੁਕਦਾ, ਇਹ ਤੋਂ ਚੀਜ਼ ਅੰਦਰ ਖਾਤੇ ਖਰਾਬ ਹੋ ਰਹੀ ਹੈ, ਸਿਰਫ ਟੇਸਟ ਨਹੀਂ ਬਦਲ ਰਿਹਾ। ਮਤਲਬ ਬਿਮਾਰੀਆਂ ਨੂੰ ਕਹਿ ਸਕਦੇ ਆਪਾਂ, ਜੇ ਕੋਈ ਇਹਦੇ ਵਿੱਚ ਕੋਈ ਦਾਲ ਸਬਜ਼ੀ ਕੋਈ ਰੱਖਦੇ ਆ ਆਪਾਂ। ਦੇਖੋ ਬੇਸ਼ੱਕ ਮੈਂ ਅੱਧੀ ਉਮਰ ਇਸ ਲਾਈਨ ਦਾ ਕੰਮ ਕੀਤਾ ਹੈ, ਪਰ ਮੈਂ ਅੱਜ ਵੀ ਕਹਿਣਾ ਵੀ ਜੇ ਕਿਸੇ ਨੂੰ ਬੜਾ ਸ਼ੌਂਕ ਹੋਵੇ ਵੀ ਮੈਂ ਬਿਮਾਰ ਕਿਉਂ ਨਹੀਂ ਹੁੰਦਾ ਤਾਂ ਆਪਦਾ ਫਰਿੱਜ ਧਰੇ ਸਮਾਨ ਦਾ ਭਰ ਲੇ, ਆਪੇ ਕਰ ਦੂ ਬਿਮਾਰ। ਅੱਧੀਆਂ ਬਿਮਾਰੀਆਂ ਨੇ ਲਾ ਦੇਣੀਆਂ, ਕਿਉਂਕਿ ਅਸੀਂ ਇਹ ਤੋਂ ਕੰਮ ਲਿਆ ਨਹੀਂ ਜਿਹੜੇ ਕੰਮ ਵਾਸਤੇ ਹਿੱਟ ਜਾਣਾ। ਹਾਂ, ਕੋਈ ਦਾ ਕੰਮ ਨਹੀਂ ਹੈ ਜਿਹੜਾ। ਹਾਂ, ਹੁਣ ਕਈ ਦੋਸਤ ਮਿੱਤਰ ਕਹਿੰਦੇ ਨੇ ਵੀ ਹੁਣ ਤਾਂ ਅਸੀਂ ਲੈ ਬੈਠੇ, ਹੁਣ ਅਸੀਂ ਕੀ ਕਰੀਏ? ਹਰ ਇੱਕ ਘਰਾਂ ਦੇ ਵਿੱਚ ਪਿਆ ਇਹ ਕਿ ਵੇਚ ਵੀ ਨਹੀਂ ਸਕਦੇ। ਵੇਚ ਵੀ ਨਹੀਂ ਸਕਦੇ। ਤਾਂ ਇਹਦੇ ਵਿੱਚ ਇੱਕੋ ਇੱਕ ਤਰੀਕਾ ਹੁੰਦਾ ਵੀ ਜਿਹੜੀ ਵੀ ਚੀਜ਼ ਇਹਦੇ ਵਿੱਚ ਰੱਖਣੀ ਹੈ ਉਹਨੂੰ ਪੂਰੀ 에ਅਰ ਟਾਈਟ ਕਰਕੇ ਰੱਖੋ, ਢੱਕ ਕੇ ਪ੍ਰੋਪਰ ਪੂਰੀ ਕੱਸ ਕੇ ਜੀ, ਪੂਰੀ ਪੈਕਿੰਗ 'ਚ। ਫੋਰਨ ਦੇ ਵਿੱਚ ਆਹ ਫਰਿੱਜ ਬਹੁਤ ਘੱਟ ਚੱਲਦੇ ਨੇ, ਉਹ ਦੂਜੇ ਵਿਦੇਸ਼ਾਂ ਦੇ ਵਿੱਚ ਡੀਪ ਫਰਿੱਜ ਹੁੰਦੇ ਨੇ, ਕਿਉਂਕਿ ਉੱਥੇ ਕਿਸੇ ਕੋਲ ਟਾਈਮ ਨਹੀਂ ਹੈ। ਪੈਕਡ ਫੂਡ ਆਉਂਦਾ, ਪੈਕ ਹੋਇਆ ਹੁੰਦਾ, ਉਹਨੇ ਆ ਕੇ ਫਰਿੱਜ ਧਰ ਦਿੰਦੇ ਨੇ। ਜਿਹੜੀ ਚੀਜ਼ ਉਹਨਾਂ ਨੂੰ ਚੱਕੀ ਕੱਢੀ ਕਿਚਨ ਦੇ ਵਿੱਚ ਬਣਾਈ ਤੇ ਖਾਧੀ, ਅਸਲ ਉਹ ਕੰਮ ਵਾਸਤੇ। ਬਿਲਕੁਲ। ਅਸੀਂ ਕੀ ਆ ਵੀ ਸਾਰਾ ਦਿਨ ਵਿਹਲੇ ਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੜਕੇ 5 ਕਿਲੋ ਆਟਾ ਗੁੰਨਣ ਦਾ ਚੌਕ ਹੀ ਖੜਾ ਹੋਇਆ ਹੁੰਦਾ। ਜੇ ਰੋਟੀ ਬਣਾਉਣੀ ਹੈ, 2 ਰੋਟੀਆਂ ਦਾ ਆਟਾ ਗੋਲ ਕਰਨ ਨੂੰ ਕਿੰਨਾ ਟਾਈਮ ਲੱਗਦਾ ਯਾਰ? ਬਿਲਕੁਲ ਗਲਤ ਗੱਲ ਹੈ। ਪਹਿਲੇ ਵੀ ਉਹੀ ਆਟਾ ਚੱਕ ਲੈਂਦੇ ਸ਼ਾਮ ਨੂੰ। ਫਿਰ ਮੈਂ ਪਿੰਡ ਦਾ ਰਹਿਣ ਵਾਲਾ, ਸਾਨੂੰ ਤਾਂ ਇੱਕੋ ਹੀ ਪਤਾ ਵੀ ਤੜਕੇ ਦੁੱਧ ਚੋਂਦੇ ਤੇ ਉਬਾਲੀ ਦੇ ਕੇ ਨਿੰਮ ਥੱਲੇ ਟੰਗ ਦਿੰਦੇ ਤੇ ਦੁਪਹਿਰ ਦੀ ਚਾਹ ਬਣਾਉਂਦੇ ਤੇ ਨਾਲੇ ਦੀ ਨਾਲ ਉਬਾਲੀ ਦੇ ਕੇ ਫੇਰ ਟੰਗ ਦਿੰਦੇ ਤੇ ਦੁੱਧ 24 ਘੰਟੇ ਸੰਭਲਿਆ ਰਹਿੰਦਾ ਸੀਗਾ। ਅੱਜ ਕੱਲ੍ਹ ਤਾਂ ਜਿਵੇਂ ਕਹਿੰਦੇ ਗਰਮੀ ਬੜੀ ਹੈ, ਕਹਿੰਦੇ ਜੇ ਦੁੱਧ ਫਰਿੱਜ 'ਚ ਨਹੀਂ ਰੱਖਾਂ ਖੱਟਾ ਹੋ ਜਾਂਦਾ ਹੈ। ਇਹ ਸਾਡੀਆਂ ਨਲਾਇਕੀਆਂ ਨੇ, ਐਸੀ ਕੋਈ ਗੱਲ ਨਹੀਂ। ਮੈਂ ਤੁਹਾਨੂੰ ਇੱਕੋ ਗੱਲ ਆ ਰਹੀ ਵੀ ਕੋਈ ਵੀ ਜਿਹੜਾ ਫੂਡ ਹੈ ਇਹਦੇ ਵਿੱਚ ਤੁਸੀਂ ਹਰੀ ਸਬਜ਼ੀ ਧਰ ਦਿਓ, ਫਲ ਧਰ ਦਿਓ। ਜੇ ਕਿਸੇ ਨੇ ਬੜਾ ਨਜ਼ਾਰਾ ਦੇਖਣਾ ਹੋਵੇ, ਇੱਕ ਮੈਂ ਤੁਹਾਨੂੰ ਆ ਕਹੂੰਗਾ ਦਿਖਾਓ ਜੀ। ਇਹਨੂੰ ਐਗ ਟਰੇ ਬੋਲਦੇ ਨੇ। ਇਹਦਾ ਅਸਲ ਨਾਮ ਐਗ ਟਰੇ ਹੈ ਜੀ। ਪਰ ਅਸੀਂ ਇੱਥੇ ਤੁਸੀਂ ਜਿੰਨੇ ਵੀ ਆਮ ਘਰਾਂ 'ਚ ਜਾਓ, ਜਿਹੜੇ ਲੋਕ ਕੋਈ ਨਾ ਟਮਾਟਰ ਤੇ ਜਾਂ ਨਿੰਬੂ, ਇੱਥੇ ਨਿੰਬੂ ਪਏ ਹੁੰਦੇ ਨੇ। ਇਹ ਸਭ ਤੋਂ ਗਲਤ ਜਗ੍ਹਾ ਹੈ। ਹਾਂ, ਕਿਉਂਕਿ ਨਿੰਬੂ ਤੁਸੀਂ ਇੱਥੇ ਧਰ ਦਿਓ, ਜੇ ਇਹ ਤਾਜ਼ਾ ਹੀ ਰੱਖਦਾ ਹੋਵੇ, ਤੁਸੀਂ 2 ਜਾਂ 3 ਦਿਨਾਂ ਬਾਅਦ ਨਿੰਬੂ ਦਾ ਮੈਨੂੰ ਤੁਪਕੇ ਨਿਚੋੜ ਕੇ ਦਿਖਾ ਦੇ ਵਿੱਚੋਂ, ਫਿਰ ਕਿੱਧਰ ਗਿਆ ਉਹ? ਇੱਕ ਸਵਾਲ ਹੈ ਵੀ ਉਹ ਤੁਪਕਾ ਕਿੱਧਰ ਗਿਆ ਜਿਹੜਾ ਵਿੱਚ ਜੂਸ ਹੈਗਾ ਤੀ? ਉਹ ਜਿਹੜਾ ਤੁਪਕਾ ਜੂਸ ਦਾ ਹੈਗਾ ਤੀ ਉਹ ਸਾਰੇ ਸਮਾਨ ਦੇ ਵਿੱਚ ਥੋੜ੍ਹੇ ਰਲ ਚੁੱਕਿਆ, ਗਲਤ ਕੰਬੀਨੇਸ਼ਨ ਹੋ ਗਿਆ। ਮੈਂ ਇਹ ਵੀ ਗੱਲ ਦੱਸ ਦਿਆਂ, ਮੱਖਣ ਹੋਇਆ, ਬਟਰ ਕਹਿੰਦੇ ਨੇ ਜੀ ਜੀ, ਮੱਖਣ ਹੈ ਤੇ ਇੱਧਰ ਸ਼ਹਿਦ ਹੈ। ਇਹ ਕਿਹਾ ਜਾਂਦਾ ਵੀ ਦੋਨੋਂ ਚੀਜ਼ਾਂ ਅੰਮ੍ਰਿਤ, ਪਰ ਇਹ ਦੋਵੇਂ ਮਿਲਾ ਦੇ ਤਾਂ ਪੂਰੀ ਸਿਰੇ ਦੀ ਜ਼ਹਿਰ। ਅੱਛਾ ਜੀ। ਹਾਂ, ਸੁਪਰ ਪੋਇਜ਼ਨ। ਔਰ ਇਹ ਕੰਮ ਇਹ ਕਰ ਸਕਦਾ ਹੈ, ਇਹ ਕਰਦਾ ਹੈ। ਅਸੀਂ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਅਸੀਂ ਟੈਕਨੋਲੋਜੀ ਨਹੀਂ ਪੜ੍ਹਨ ਲੱਗੇ, ਅਸੀਂ ਇਹ ਟੈਕਨੋਲੋਜੀ ਸਿਰ ਤੇ ਰੋਟੀ ਖਾਧੀ ਹੈ, ਅੱਜ ਵੀ ਕੰਮ ਕਰਦੇ ਹਾਂ, ਬੱਚਿਆਂ ਨੂੰ ਸਿਖਾਉਂਦੇ ਹਾਂ, ਪਰ ਇਹਨੂੰ ਘੱਟੋ ਘੱਟ ਵਰਤਣਾ ਤਾਂ ਸਿੱਖ ਲਓ ਯਾਰ। ਕਿਵੇਂ ਵਰਤਣਾ, ਕਿਹੜੇ ਸਮਾਨ ਦਾ ਰੱਖਣਾ ਹੈ? ਪਹਿਲੀ ਗੱਲ ਤਾਂ ਕਿਹੜਾ ਸਮਾਨ ਰੱਖਣਾ, ਜੇ ਤੁਹਾਨੂੰ ਮਜਬੂਰੀ ਨੂੰ ਰੱਖਣਾ ਹੀ ਪੈ ਗਿਆ, ਉਹ ਸਮਾਨ ਰੱਖਣਾ ਪੈ ਗਿਆ ਜਿਹੜਾ ਅਸੀਂ ਰਿਕਮੈਂਡ ਨਹੀਂ ਕਰਦੇ, ਤਾਂ ਉਹਨੂੰ ਸੀਲ ਵਾਲੇ ਲਿਫਾਫੇ ਲਾਓ। ਪੈਕਿੰਗ ਪ੍ਰੋਪਰ ਪੈਕਿੰਗ ਹੋਵੇ, ਹਵਾ ਨਾ ਜਾਵੇ। ਸੀਲ ਵਾਲੇ, ਹਵਾ ਨਾ ਬਾਹਰ ਨਿਕਲਦੀ ਹੋਵੇ। ਜੇ ਹਵਾ ਨਿਕਲ ਗਈ ਤਾਂ ਉਹ ਇੱਕ ਦੀ ਚੀਜ਼ ਦੂਜੇ ਦੇ ਵਿੱਚ ਜਿਹੜੇ ਗੁਣ ਨੇ ਹੋਰ ਲਾ ਦੂ, ਹੋ ਸਕਦਾ ਉਹਦਾ ਪਤਾ ਨਹੀਂ ਕਿੱਡੀ ਕਿ ਸੁਪਰ ਪੋਇਜ਼ਨ ਹੋ ਜਾਏ। ਬਿਲਕੁਲ, ਇਹ ਸਭ ਤੋਂ ਇਹਦਾ ਮਤਲਬ ਮਾੜਾ ਪੱਖ ਹੈ। ਹਾਂ, ਪਰ ਉਹ ਸਾਡੀ ਅਣਜਾਣਤਾ ਕਰਕੇ ਹੈ। ਇਹ ਫਰਿੱਜ ਦਾ ਕਸੂਰ ਨਹੀਂ ਹੈ, ਫਰਿੱਜ ਮਸ਼ੀਨ ਦਾ ਆਪਣੀ ਡਿਜ਼ਾਈਨ ਹੈ, ਉਹ ਤਾਂ ਸਾਡੇ ਵਰਤਣ ਵਾਲੇ ਦਾ ਕਸੂਰ ਹੈ ਵੀ ਅਸੀਂ ਕੀ ਕਰਦੇ ਹਾਂ। ਹਾਂ, ਇਹਦੀ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਹੈ ਫਰਿੱਜਾਂ ਬਾਰੇ। ਮੈਨੂੰ ਲੱਗਦਾ ਜੈ ਸਿੰਘ ਜੀ ਆਹ ਇੰਟਰਵਿਊ ਦੇਖਣ ਤੋਂ ਬਾਅਦ ਨਾ ਬਾਕੀ ਇੱਕ ਵੱਡਾ ਸਵਾਲ ਖੜਾ ਹੋ ਗਿਆ। ਹੁਣ ਤਾਂ ਮੈਂ ਕਹਿੰਦਾ ਘਰਾਂ ਦੇ ਵਿੱਚ ਲੜਾਈਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਭਾਈ ਆਹ ਕੀ ਰੱਖੀ ਜਾਂਦੇ ਹੋ ਫਰਿੱਜ ਦੇ ਵਿੱਚ। ਦਰਸ਼ਕਾਂ ਨੂੰ ਹੋਰ ਵੀ ਸਾਫ਼ ਦੱਸ ਦਿਆਂ ਵੀ ਮੈਂ ਆਪਣੀ ਜ਼ਿੰਦਗੀ ਦੇ 20 ਸਾਲ ਇਹ ਪ੍ਰੋਫੈਸ਼ਨ 'ਚ ਕੰਮ ਕੀਤਾ। ਮੇਰੇ ਸ਼ਾਗਿਰਦ ਅੱਜ ਵੀ ਕੰਮ ਕਰਦੇ ਨੇ, ਮੈਂ ਚਲੋ ਇੰਡਸਟਰੀ ਵੱਲ ਆ ਗਿਆ ਜੀ। ਔਰ 20 ਸਾਲ ਮੈਂ ਮਤਲਬ ਲਿੰਕ ਰਿਹਾ, ਤੇ ਇਹੀ 20 ਦੇ 20 ਸਾਲ ਮੇਰੇ ਘਰ ਦੇ ਵਿੱਚ ਫਰਿੱਜ ਨਾਂ ਦੀ ਮਸ਼ੀਨ ਨਹੀਂ ਆਈ, ਜਦ ਕਿ ਮੇਰੇ ਕੋਲ ਢੇਰਾਂ ਦੇ ਢੇਰ ਫਰਿੱਜ ਪਏ ਹੁੰਦੇ ਤੇ। ਮਤਲਬ ਆਪ ਫਰਿੱਜ ਦਾ ਕੰਮ ਕਰਦੇ ਸੀ, ਘਰੇ ਫਰਿੱਜ ਵਰਤ? ਨਹੀਂ ਨਾ, ਮੈਂ ਕਹਿੰਦਾ ਤੇ ਵੀ ਕੀ ਰੱਖਣਾ ਮੈਨੂੰ ਦੱਸ ਤਾਂ ਦਿਓ, ਰੱਖਣਾ ਕੀ ਹੈ ਮੈਨੂੰ ਇਹ ਨਹੀਂ ਸਵਾਲ ਆਉਂਦਾ, ਸਮਝ ਆਉਂਦਾ। ਲੋਕਾਂ ਦੀ ਕਿੱਡੀ ਮਾੜੀ ਕਿਸਮ ਦਾ ਵੀ 3-3 ਡੰਗ ਦੀ ਸਬਜ਼ੀ ਹੈ ਬੇਹੀ ਖਾਈ ਜਾਂਦੇ ਨੇ, ਬਚ ਗਈ ਧਰਤੀ ਵਿੱਚ। ਪਹਿਲਾਂ ਕਿਉਂ ਨਹੀਂ ਦੀ ਬਚਦੀ ਯਾਰ? ਆਟਾ ਬਚ ਗਿਆ ਉਹ ਵੀ ਵਿੱਚ ਧਰਤਾ, ਟਮਾਟਰ ਦੇਖੇ ਉਹ ਵੀ ਵਿੱਚ ਧਰਤੇ। ਗਲਤ ਗੱਲ ਹੈ, ਹਾਂ ਬਹੁਤ ਗਲਤ ਗੱਲ ਹੈ। ਸਾਡੇ ਕੋਈ ਕਰਫਿਊ ਨਹੀਂ ਲੱਗਿਆ ਹੋਇਆ ਵੀ ਜਿਹੜੀ ਸਬਜ਼ੀ ਨਹੀਂ ਮਿਲਣੀ 1 ਡੰਗ 5 ਡੰਗ ਦਾ ਇਕੱਠਾ ਚੱਕ ਲਿਓ। ਲੋੜ ਅਨੁਸਾਰ ਬਣਾਓ, ਜਿੰਨੀ ਲੋੜ ਅਨੁਸਾਰ ਖਰੀਦੋ, ਲੋੜ ਅਨੁਸਾਰ ਬਣਾਓ। ਸਾਡੇ ਕੋਲੇ ਇੰਡੀਅਨ ਨਾਲ ਕੋਲੇ ਬਹੁਤ ਟਾਈਮ ਹੈ, ਆਪਾਂ ਉਹ ਫੋਰਨ ਦੀ ਰੀਸ ਨਾ ਕਰੋ। ਜਿਨ੍ਹਾਂ ਕੋਲੇ ਰੋਟੀ ਵੀ ਜਾਂਦੇ ਜਾਂਦੇ ਪੈਕਡ ਫੂਡ ਖਾਣਾ ਪੈਂਦਾ, ਟਾਈਮ ਨਹੀਂ ਹੁੰਦਾ। ਇਹ ਚੀਜ਼ਾਂ ਉਹਨਾਂ ਦੇ ਕੰਮ ਦੀਆਂ ਨੇ ਯਾਰ।
ਹਾਂ ਇਹ ਤਾਂ ਸਹੀ ਕੰਮ ਲਓ ਮਸ਼ੀਨ ਤੋਂ। ਜੈ ਸਿੰਘ ਜੀ ਬੜਾ ਚੰਗੀ ਗਿਆਨ ਦਿੱਤਾ ਤੁਸੀਂ ਨੇ। ਲੋਕਾਂ ਦੇ ਮਨ ਦੇ ਵਿੱਚ ਸਵਾਲ ਵੀ ਹੋਣਗੇ, ਵੈਸੇ ਤਾਂ ਟੋਟਲ ਸਵਾਲ ਸਾਰੇ ਕਵਰ ਕਰਨ ਦੀ ਕੋਸ਼ਿਸ਼ ਕਰੀਏ ਪਰ ਫਿਰ ਵੀ ਕੋਈ ਨਾ ਕੋਈ ਸਵਾਲ ਪੈਦਾ ਹੋ ਗਏ ਹੋਣਗੇ ਜੀ। ਬਹੁਤ ਇਹਦੇ ਸਵਾਲ ਜਵਾਬ ਨੇ, ਲੱਗੀਏ ਤਾਂ ਮੈਨੂੰ ਖਿਆਲ ਆਪਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਇਹਦੀ ਇੰਟਰਵਿਊ ਤੇ ਲੱਗ ਜਾਣਗੇ। ਬਿਲਕੁਲ ਬਿਲਕੁਲ ਬਿਲਕੁਲ, ਤਾਂ ਹੀ ਮੈਂ ਕਹਿੰਦਾ ਆਪਾਂ ਇੰਟਰਵਿਊ ਸ਼ਾਰਟ ਰੱਖਾਂਗੇ। ਤੇ ਜਾਂਦੇ ਵਾਰੀ ਮੈਂ ਚਾਹਾਂਗਾ ਕਿ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ, ਅਗਰ ਫ੍ਰਿਜ ਦੇ ਰਿਲੇਟਡ ਜਾਂ ਫਿਰ ਏਸੀ ਦੇ ਰਿਲੇਟਡ ਕੋਈ ਵੀ ਸਵਾਲ ਕੋਈ ਦਰਸ਼ਕ ਤੁਹਾਨੂੰ ਕਰਨਾ ਚਾਹੁੰਦੇ ਨੇ ਤਾਂ ਕੋਈ ਵੀ ਗਿਆਨ ਲੈਣਾ ਚਾਹੁੰਦੇ ਨੇ ਤੁਹਾਡੇ ਨਾਲ ਸੰਪਰਕ ਕਰ ਸਕਣ। ਵਧੀਆ ਗੱਲ ਇਹ ਹੈ ਵੀ ਮੇਰਾ ਜਿਹੜਾ ਕਾਲਿੰਗ ਨੰਬਰ ਤੇ WhatsApp ਨੰਬਰ ਹੈ 98150 ਜੀ 26985 ਜੀ। ਤੇ ਮੈਂ ਚਾਹੂੰਗਾ ਵੀ ਜੇ ਕਿਸੇ ਦਾ ਕੋਈ ਸਵਾਲ ਹੈ ਮੈਨੂੰ WhatsApp ਦੇ ਉੱਤੇ ਲਿਖ ਦਿਓ ਜੀ ਵੀ ਸਾਡਾ ਇਹ ਸਵਾਲ ਹੈ, ਮੈਂ ਇਹਦੇ ਨਾਲ ਰਿਲੇਟਡ ਪੂਰੇ ਦੇ ਪੂਰਾ ਆਰਟੀਕਲ ਭੇਜ ਦੂੰ। ਉਹ ਮੈਥੋਂ ਇੱਕ ਸਵਾਲ ਪੁੱਛ ਲੈਣ, ਮੈਂ ਘੱਟੋ ਘੱਟ 100 ਸਵਾਲਾਂ ਦੇ ਜਵਾਬ ਉਹਦੇ ਲਿਖ ਕੇ ਭੇਜ ਦੂੰਗਾ। ਹਾਂ ਉਹ ਮੇਰਾ ਲਿਖਿਆ, ਮੇਰਾ ਕੰਮ ਹੈ। ਦੇਖੋ ਜਿਹੜੀ ਮਸ਼ੀਨਾਂ ਤੇ ਅਸੀਂ ਕੰਮ ਕੀਤਾ ਹੈ, ਸਾਡਾ ਅੱਜ ਇੱਕੋ ਹੀ ਫਰਜ਼ ਹੈ ਵੀ ਅਸੀਂ ਮੁਨਾਫਾਖੋਰੀ ਨੂੰ ਛੱਡ ਕੇ ਅਸੀਂ ਆਪਦੀ ਪਬਲਿਕ ਨੂੰ ਸਹੀ ਗਾਈਡ ਕਰੀਏ। ਅਸੀਂ ਇਹ ਨਹੀਂ ਕਹਿੰਦੇ ਵੀ ਘਰੇ ਮਸ਼ੀਨ ਨਾ ਲਿਆਓ, ਪਰ ਉਹਨੂੰ ਚਲਾਉਣਾ ਜ਼ਰੂਰ, ਤਕਨੀਕ ਕੀ ਉਹਨੂੰ ਚਲਾਉਣਾ ਸਿੱਖ ਲਓ, ਉਹਨੂੰ ਵਰਤਣਾ ਸਿੱਖ ਲਓ। ਲੋਕ ਇਹਨਾਂ ਨੂੰ ਕੰਧਾਂ ਨਾਲ ਲਾਈ ਖੜੇ ਨੇ। ਇਹਦਾ ਅਸੂਲ ਹੈ ਵੀ ਇਹ ਖੁੱਲੀ ਹਵਾ ਹਾਰੇ ਵਾਲੀ ਥਾਂ 'ਤੇ ਚਾਹੀਦਾ। ਜਾਣੀ ਕਿ ਕਿਸੇ ਘਰੇ 'ਚ ਜਾ ਕੇ ਦੇਖੋ ਇਹ ਪੂਰੀ ਗਰਮੀ ਦੇ ਵਿੱਚ ਫਸਿਆ ਹੋਇਆ ਹੈ, ਇਹ ਗਲਤ ਗੱਲ ਹੈ। ਇਹ ਖੁੱਲੀ ਹਵਾ ਹਾਰੇ ਜਗ੍ਹਾ ਇਹਨੂੰ ਭਾਲਦਾ, ਇਹ ਬਰਾਂਡੇ 'ਚ ਹੋਵੇ ਜਾਂ ਇਹਦੇ ਮਗਰ 2 ਜਾਂ 3 ਫੁੱਟ ਦੀ ਜਗ੍ਹਾ ਹੋਵੇ। ਜਿੰਨੀ ਪਿੱਛੇ ਹਵਾ ਪਊਗੀ ਇਹ ਉਨੀ ਵਧੀਆ ਪਰਫਾਰਮੈਂਸ ਦੇਊ। ਪਰਫਾਰਮੈਂਸ ਵੀ ਵਧੀਆ, ਦੁੱਧ ਬਿੱਲ ਵੀ ਘੱਟ ਖਾਓ, ਇਹ ਵੀ ਗੱਲ ਹੈ ਨਾਲ ਇਹਦਾ। ਬਿਲਕੁਲ, ਬਹੁਤ ਚੰਗਾ ਲੱਗਿਆ ਜੈ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ ਅੱਜ ਜੈ ਸਿੰਘ ਜੀ ਨਾਲ ਮੁਲਾਕਾਤ ਕੀਤੀ ਤੇ ਕੁਝ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ, ਕਿਉਂਕਿ ਏਸੀ ਦੇ ਜਿਵੇਂ ਅਕਸਰ ਕਿਵੇਂ ਕਹਿੰਦੇ ਗਰਮੀ ਦਾ ਮੌਸਮ ਹੈ, ਏਸੀ ਤੇ ਫ੍ਰਿਜ ਦੀ ਜਿਹੜੀ ਜ਼ਰੂਰਤ ਹੈ ਸਭ ਤੋਂ ਜ਼ਿਆਦਾ ਇਸ ਸਮੇਂ ਮੰਨੀ ਜਾਂਦੀ ਹੈ। ਪਰ ਅਸਲ ਦੇ ਵਿੱਚ ਉਹ ਜ਼ਰੂਰਤ ਕਿਸ ਤਰ੍ਹਾਂ ਪੂਰੀ ਕਰ ਸਕਦੇ ਹਾਂ ਜਾਂ ਫਿਰ ਏਸੀ ਜਾਂ ਫ੍ਰਿਜ ਨੂੰ ਕਿਸ ਤਰ੍ਹਾਂ ਆਪਾਂ ਵਰਤ ਸਕਦੇ ਹਾਂ, ਇਹ ਚੀਜ਼ਾਂ ਦਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰੀਏ। ਤੇ ਉਮੀਦ ਇਹੀ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਗੱਲਾਂ ਵੀ ਚੰਗੀਆਂ ਲੱਗੀਆਂ ਹੋਣਗੀਆਂ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੀ ਇਹ ਵੀਡੀਓ ਹੈ ਹਰ ਇੱਕ ਘਰ ਦੇ ਵਿੱਚ ਜਾ ਕੇ ਇਹ ਚੀਜ਼ਾਂ ਦਾ ਜਿਹੜਾ ਗਿਆਨ ਹੈ ਇਕੱਲੇ ਸ਼ਖਸ ਨੂੰ ਹੋ ਸਕੇ। ਉਮੀਦ ਇਹੀ ਹੈ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਉਦੋਂ ਤੱਕ ਦੇ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਮੈਨੂੰ ਯਾਨੀ ਕਿ ਹਰਦੀਪ ਸ਼ੇਰਪੁਰ ਤੋਂ ਇਜਾਜ਼ਤ। ਧੰਨਵਾਦ।